ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਮੌਸਮ ਕਾਫੀ ਗਰਮ ਰਿਹਾ। ਸਵੇਰ ਦੇ ਵੇਲੇ ਤੋਂ ਲੈ ਕੇ ਤੇ ਆਥਣ ਦੇ ਵੇਲੇ ਤੱਕ ਸੂਰਜ ਦੀ ਟਿੱਕੀ ਚਮਕੀ ਹੈ। ਹਾਲਾਂਕਿ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਕੋਈ ਖਬਰ ਹੈ ਨਹੀਂ ਗੀ ਆਉਂਦੇ 48 ਘੰਟਿਆਂ ਦੇ ਵਿੱਚ, ਪਰ ਰਾਤ ਦੇ ਵੇਲੇ ਮੌਸਮ ਜਿਸ ਤਰੀਕੇ ਦੇ ਨਾਲ ਕਰਵਟ ਬਦਲ ਜਾਂਦਾ ਉਹਦੇ ਬਾਬਤ ਜ਼ਰੂਰ ਗੱਲਬਾਤ ਕਰਨੀ ਬਣਦੀ ਆ, ਕਿਉਂਕਿ ਮੌਸਮ ਵਿਭਾਗ ਨੇ ਕਿਹਾ ਕਿ ਰਾਤਾਂ ਹੁਣ ਲਗਾਤਾਰ ਹੋਰ ਠੰਡਕ ਦੇ ਵੱਲ ਵਧਣੀਆਂ, ਯਾਨੀ ਕਿ ਤਪਸ਼ ਘਟੀ ਜਾਣੀ ਆ ਤੇ ਪੱਖੇ ਦੇ ਨਾਲ ਇਸ ਵੇਲੇ ਗੁਜ਼ਾਰਾ ਹੋ ਰਿਹਾ। ਪਰ ਇੱਕ ਗੱਲ ਜ਼ਰੂਰ ਦੱਸਣੀ ਬਣਦੀ ਆ ਕਿ ਪੰਜਾਬ ਦੇ ਵਿੱਚ ਡੇਂਗੂ ਦਾ ਕਹਿਰ ਜ਼ੋਰਾਂ ਦੇ ਉੱਤੇ ਆ। ਪੰਜਾਬ ਦੇ ਵਿੱਚ ਪਿਛਲੇ ਤਕਰੀਬਨ 2 ਮਹੀਨਿਆਂ ਦੇ ਵਿੱਚ 5000 ਤੋਂ ਵੱਧ ਡੇਂਗੂ ਦੇ ਨਵੇਂ ਕੇਸ ਆਏ ਆ। ਕੁਝ ਲੋਕਾਂ ਦੀ ਮੌਤ ਵੀ ਹੋਈ ਹੈ। ਤੇ ਵੈਸੇ ਜਿਹੜਾ ਪੰਜਾਬ ਦਾ ਸਿਹਤ ਮਹਿਕਮਾ ਉਹਦੇ ਵੱਲੋਂ ਡੇਂਗੂ ਦਾ ਟੈਸਟ ਜੇਕਰ ਪ੍ਰਾਈਵੇਟ ਲੈਬੋਰਟਰੀ ਦੇ ਵਿੱਚ ਜਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਕਰਵਾਉਂਦੇ ਆ ਤਾਂ 600 ਰੁਪਈਆ ਰੱਖਿਆ ਗਿਆ, ਪਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚੋਂ ਜਾਂ ਲੈਬੋਰਟਰੀਆਂ ਦੇ ਵਿੱਚੋਂ ਕਈ 1500 ਰੁਪਈਆ ਵੀ ਲਈ ਜਾਂਦੇ ਆ, ਕਈ 2-2000 ਰੁਪਈਆ ਵੀ ਲਈ ਜਾਂਦੇ ਆ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦਾ ਟੈਸਟ ਮੁਫਤ ਦੇ ਵਿੱਚ ਹੈ, ਪਰ ਉੱਥੇ ਆਪਾਂ ਜਾਣਦੇ ਵੀ ਕਿਹੋ ਜਿਹੇ ਪ੍ਰਬੰਧ ਹੁੰਦੇ ਆ, ਇਸ ਕਰਕੇ ਲੋਕ ਆਪਣੀਆਂ ਜੇਬਾਂ ਕਟਵਾਉਣ ਨੂੰ ਮਜਬੂਰ ਆ। ਸੋ ਇਸ ਕਰਕੇ ਮੱਛਰਾਂ ਤੋਂ ਬਚਣਾ ਚਾਹੀਦਾ ਤੇ ਪ੍ਰਸ਼ਾਸਨ ਨੂੰ ਵੀ ਸਿਹਤ ਦਾ ਲੋਕਾਂ ਦੀ ਦਾ ਖਿਆਲ ਰੱਖਣਾ ਚਾਹੀਦਾ ਤੇ ਇਸ ਵਕਤ ਡੇਂਗੂ ਦਾ ਕਹਿਰ ਹੋਰ ਨਾ ਵਧੇ, ਇਹਦੇ ਕਰਕੇ ਟੈਸਟਿੰਗ ਦੇ ਉੱਤੇ ਵੀ ਜ਼ੋਰ ਦੇਣਾ ਚਾਹੀਦਾ ਤੇ ਦਵਾਈਆਂ ਦੇ ਉੱਤੇ ਵੀ, ਇਲਾਜ ਪ੍ਰਣਾਲੀ ਦੇ ਉੱਤੇ ਵੀ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਇਸ ਰੂਪ ਦੇ ਵਿੱਚ ਹੈ ਕਿ ਜਦੋਂ ਲੰਘੇ ਕੱਲ੍ਹ ਲਖੀਮਪੁਰ ਖੀਰੀ ਦੇ ਵਿੱਚ ਉਹਨਾਂ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆ। ਉਹਨਾਂ ਦੀ ਅੰਤਮ ਅਰਦਾਸ ਸੀ, ਭੋਗ ਸਮਾਗਮ ਸੀ, ਜਿਹੜੇ ਕਿ ਪਿਛਲੇ ਦਿਨੀ ਮੰਤਰੀ ਦੇ ਗੁੰਡੇ ਪੁੱਤ ਦੇ ਵੱਲੋਂ ਗੱਡੀ ਦੇ ਥੱਲੇ ਦਰੜ ਦਿੱਤੇ ਗਏ। ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਦਮ ਤੋੜਿਆ, ਜਿਸ ਤਰੀਕੇ ਦੇ ਨਾਲ ਕਿਸਾਨੀ ਰੋਸ ਹੋਰ ਪ੍ਰਚੰਡ ਹੋਇਆ, ਜਿਸ ਤਰੀਕੇ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਕਿਸਾਨ ਹੋਰ ਵੱਡਾ ਤੇ ਤਿੱਖਾ ਸੰਘਰਸ਼ ਕਰਨ ਦਾ ਐਲਾਨ ਕਰ ਚੁੱਕੇ ਆ, ਉਸ ਤੋਂ ਬਾਅਦ ਬੀਜੇਪੀ ਦੇ ਲਈ ਮੁਸ਼ਕਲ ਦੀ ਘੜੀ ਵਧੀ ਹੈ। ਮੇਰੀ ਲੰਘੇ ਕੱਲ੍ਹ ਬਲਵੀਰ ਸਿੰਘ ਰਾਜੇਵਾਲ ਜਿਹੜੇ ਕਿ ਸੀਨੀਅਰ ਕਿਸਾਨ ਆਗੂ ਆ, ਉਹਨਾਂ ਦੇ ਨਾਲ ਟੈਲੀਫੋਨ ਦੇ ਉੱਤੇ ਗੱਲਬਾਤ ਹੋਈ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਪਿੱਛੇ ਮੁੜਨ ਵਾਲਿਆਂ ਦੇ ਵਿੱਚੋਂ ਨਹੀਂ ਆ। ਮੈਂ ਉਹਨਾਂ ਨੂੰ ਸਵਾਲ ਕੀਤਾ ਜੀ ਕਿ ਬੀਜੇਪੀ ਤਾਂ ਵਾਰ-ਵਾਰ ਸਰਵੇਖਣ ਕਰਵਾ ਰਹੀ ਹੈ, ਕਈ ਥਾਵਾਂ ਤੋਂ ਸਰਵੇਖਣ ਉਹਨਾਂ ਨੇ ਕਰਵਾਏ ਆ। ਉਹ ਕਹਿੰਦੇ ਜੀ ਉੱਤਰਾਖੰਡ 'ਚ ਵੀ ਸਾਡੀ ਸਰਕਾਰ, ਉਹ ਕਹਿੰਦੇ ਯੂਪੀ 'ਚ ਵੀ ਸਾਡੀ ਸਰਕਾਰ, ਉਹ ਕਹਿੰਦੇ ਬਾਕੀ ਵੱਖ-ਵੱਖ ਸੂਬਿਆਂ 'ਚ ਵੀ ਸਾਡੀਆਂ ਸਰਕਾਰਾਂ। ਤਾਂ ਫਿਰ ਕਿਸਾਨ ਸੰਘਰਸ਼ ਦਾ ਕੀ ਅਰਥ ਨਿਕਲਦਾ? ਉਹ ਕਹਿੰਦੇ ਜੀ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਪਰ ਜੇਕਰ ਯੂਪੀ ਦੇ ਵਿੱਚ ਜਾ ਕੇ ਤੁਸੀਂ ਕਿਸੇ ਵੀ ਥਾਂ ਤੇ 4 ਬੰਦੇ ਜਿੱਥੇ ਖੜੇ ਆ ਉਹਨਾਂ ਨੂੰ ਪੁੱਛੋ ਵੀ ਭਾਈ ਬੀਜੇਪੀ ਦਾ ਕੀ ਹਾਲ ਆ, ਲੋਕ ਕਹਿਣਗੇ ਵੀ ਯੋਗੀ ਨੂੰ ਭਜਾਉਣਾ, ਯੋਗੀ ਦਾ ਕੱਖ ਨਹੀਂ ਬਣਨਾ, ਯੋਗੀ ਨੂੰ ਵੱਟੋ ਵੱਟ ਭਜਾਉਣਾ। ਇਸ ਵੇਲੇ ਉਹਨਾਂ ਨੇ ਕਿਹਾ ਜੀ ਕਿ ਇਸ ਵਕਤ ਕਹਿਣੀ ਤੇ ਕਰਨੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਬੀਜੇਪੀ ਦੇ ਆਗੂ ਜੋ ਗੱਲ ਕਹਿੰਦੇ ਆ ਉਹ ਕਰਦੇ ਨਹੀਂ, ਜੋ ਕਰਦੇ ਆ ਉਹ ਕਹਿੰਦੇ ਨਹੀਂ ਗੇ, ਇਸ ਕਰਕੇ ਇਹਨਾਂ ਦੇ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ। ਪਰ ਲੰਘੇ ਕੱਲ੍ਹ ਜਦੋਂ ਇੱਥੇ ਅੰਤਮ ਅਰਦਾਸ ਦਾ ਸਮਾਗਮ ਸੀ ਤਾਂ ਬਹੁਤ ਵੱਡੇ ਐਲਾਨ ਕੀਤੇ ਗਏ ਆ। ਵੈਸੇ ਇਹ ਵੀ ਗੱਲ ਦੱਸਣੀ ਬਣਦੀ ਹੈ ਕਿ 20 ਏਕੜ ਤੋਂ ਵੱਧ ਥਾਂ ਦੇ ਵਿੱਚ, ਵੱਧ ਸਥਾਨ ਦੇ ਵਿੱਚ ਵੱਡਾ ਪੰਡਾਲ ਲਾਇਆ ਗਿਆ ਸੀ। ਜਿਸ ਤਰੀਕੇ ਦੇ ਨਾਲ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਮੈਂ ਸ਼ਬਦ ਵਰਤ ਸਕਦਾ, ਕਿਸਾਨ ਵੱਖ-ਵੱਖ ਥਾਵਾਂ ਤੋਂ, ਲੋਕ ਵੱਖ-ਵੱਖ ਥਾਵਾਂ ਤੋਂ ਪਹੁੰਚੇ ਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਰੋਕ ਲਿਆ, ਡੱਕ ਲਿਆ ਰਾਹ ਦੇ ਵਿੱਚ ਪੁਲਿਸ ਨੇ। ਉਹਨਾਂ ਨੇ ਸਹੀ ਥਾਂ ਦੇ ਉੱਤੇ ਪਹੁੰਚਣ ਨਹੀਂ ਦਿੱਤੇ, ਸ਼ਰਧਾਂਜਲੀ ਸਮਾਗਮ ਵਾਲੀ ਥਾਂ ਦੇ ਉੱਤੇ ਪਹੁੰਚਣ ਨਹੀਂ ਦਿੱਤੇ, ਨਹੀਂ ਤਾਂ ਇਕੱਠ ਹੋਰ ਵੀ ਵੱਡਾ ਹੋ ਜਾਣਾ ਸੀ। ਇਸ ਇਕੱਠ ਦਾ ਮਤਲਬ ਸ਼ਕਤੀ ਪ੍ਰਦਰਸ਼ਨ ਨਹੀਂ, ਇਸ ਇਕੱਠ ਦਾ ਮਤਲਬ ਇਹ ਆ ਵੀ ਕਿਸਾਨ ਇੱਕ ਕਿਵੇਂ ਆ। ਜਿਹੜੇ ਕਿਸਾਨਾਂ ਨੂੰ ਕੱਲ੍ਹ ਤੱਕ ਬੀਜੇਪੀ ਦੇ ਨੇਤਾ ਕਹਿੰਦੇ ਸੀ ਇਹ ਤਾਂ ਮੁੱਠੀ ਭਰ ਹੈ, ਉਹ ਕਿਸਾਨ ਆਪ ਮੁਹਾਰੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਆਪਣੇ ਭਰਾਵਾਂ ਦੇ, ਆਪਣੀਆਂ ਭੈਣਾਂ ਦੇ ਵਿਛੋੜੇ ਤੋਂ ਬਾਅਦ ਇਕੱਤਰ ਹੋ ਜਾਂਦੇ ਆ। ਇਹਦੀ ਇੱਕ ਬਹੁਤ ਵੱਡੀ ਉਦਾਹਰਨ ਮਿਲਦੀ ਹੈ। ਲੰਘੇ ਕੱਲ੍ਹ ਇਹ ਵੀ ਗੱਲ ਕਹੀ ਗਈ ਹੈ ਕਿ 18 ਤਰੀਕ ਨੂੰ, ਯਾਨੀ ਕਿ 18 ਅਕਤੂਬਰ ਨੂੰ ਪੂਰੇ ਭਾਰਤ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਜਿਹੜੇ ਦੁਸਹਿਰੇ ਦੇ ਮੌਕੇ ਫੂਕੇ ਜਾਣਗੇ। ਤੇ ਜੇਕਰ ਮੰਤਰੀ ਦਾ ਅਸਤੀਫਾ ਨਾ ਆਇਆ, ਯਾਨੀ ਕਿ ਅਜੇ ਮਿਸ਼ਰਾ ਦਾ ਅਸਤੀਫਾ ਨਾ ਆਇਆ, ਤਾਂ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਊਗਾ। ਕਿਸਾਨਾਂ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਇੱਟ ਦੇ ਨਾਲ ਇੱਟ ਬੀਜੇਪੀ ਦੇ ਨਾਲ ਖੜਕਾਵਾਂਗੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਲਖੀਮਪੁਰ ਖੀਰੀ ਦੇ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਦੇ ਸ਼ਿਕਾਰ ਕਿਸਾਨਾਂ ਦੀ ਅੰਤਮ ਅਰਦਾਸ ਦੇ ਵਿੱਚ ਹਿੱਸਾ ਲੈਣ ਦੇ ਲਈ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਪਹੁੰਚੀ। ਪ੍ਰਿਯੰਕਾ ਗਾਂਧੀ ਨੇ ਲਖੀਮਪੁਰ ਦੇ ਵਿੱਚ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ। ਇਹਦੇ ਨਾਲ ਹੀ ਉਹਨਾਂ ਨੇ ਹਿੰਸਾ ਦੇ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਪ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰਿਯੰਕਾ ਨੇ ਇਸ ਮੌਕੇ ਨਿਆਂ ਦੇ ਲਈ ਸਮਝੌਤਾਹੀਣ ਸੰਘਰਸ਼ ਦਾ ਐਲਾਨ ਕੀਤਾ। ਪ੍ਰਿਯੰਕਾ ਨਾਲ ਕਾਂਗਰਸ ਪ੍ਰਦੇਸ਼ ਪ੍ਰਧਾਨ ਅਜੇ ਕੁਮਾਰ, ਸੰਸਦ ਮੈਂਬਰ ਦੀਪਿੰਦਰ ਹੁੱਡਾ ਤੇ ਹੋਰ ਕਈ ਸੀਨੀਅਰ ਕਾਂਗਰਸੀ ਨੇਤਾ ਵੀ ਹਾਜ਼ਰ ਸਨ। ਇੱਥੇ ਵੀ ਦੱਸਣਾ ਬਣਦਾ ਕਿ ਰਾਕੇਸ਼ ਟਕੈਤ ਹੋਰਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਸ ਗੱਲ ਨੂੰ ਪ੍ਰਚਾਰਿਆ ਜਾ ਰਿਹਾ ਕਿ ਜਲਦੀ ਦੇ ਵਿੱਚ ਸਮਝੌਤਾ ਕਰਕੇ ਤੇ ਬੀਜੇਪੀ ਦੇ ਪੱਖ ਦੀ ਗੱਲ ਕੁਝ ਕਿਸਾਨ ਆਗੂਆਂ ਦੇ ਵੱਲੋਂ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਅਸਲ ਦੇ ਵਿੱਚ ਜੋ ਇਹ ਲੋਕ ਗੱਲਾਂ ਕਰਦੇ ਨੇ, ਉਹਨਾਂ ਦਾ ਮਨਸ਼ਾ ਇਹ ਹੈ ਕਿ ਲਾਸ਼ਾਂ ਰੁਲਦੀਆਂ ਰਹਿਣ, ਮਾਵਾਂ ਦੇ ਦਿਲ ਦੇ ਉੱਤੇ ਜੋ ਪੱਥਰ ਰੱਖਿਆ ਹੋਇਆ ਉਹ ਇਸ ਤਰੀਕੇ ਦੇ ਨਾਲ ਹੀ ਉਹ ਪੀੜਤ ਰਹਿਣ,
ਭੈਣਾਂ ਨੂੰ ਇਸ ਤਰੀਕੇ ਦਾ ਦਰਦ ਮਿਲਦਾ ਰਹੇ। ਉਹਨਾਂ ਨੇ ਕਿਹਾ ਜੀ ਕਿ ਅਸੀਂ ਕੋਈ ਪਰਦੇ ਦੇ ਨਾਲ ਸਮਝੌਤਾ ਕੀਤਾ ਜਾਂ ਕਰਾਇਆ ਨਹੀਂ, ਸਭ ਦੀ ਹਾਜ਼ਰੀ ਦੇ ਵਿੱਚ, ਸੈਂਕੜੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਇਹ ਸਮਝੌਤਾ ਹੋਇਆ ਤੇ ਅਸੀਂ ਚਾਹੁੰਦੇ ਸਾਂ ਕਿ ਇੱਥੇ ਹਿੰਦੂ ਸਿੱਖ ਭਾਈਚਾਰੇ ਦੀ ਕੋਈ ਲੜਾਈ ਵੀ ਨਾ ਹੋਵੇ ਤੇ ਕੇਂਦਰ ਦੀ ਸਰਕਾਰ ਦੇ ਵੱਲੋਂ ਕੋਈ ਸਾਜ਼ਿਸ਼ ਵੀ ਨਾ ਘੜੀ ਜਾਵੇ। ਉਹਨਾਂ ਨੇ ਇਸ ਮੌਕੇ 'ਤੇ ਵੀ ਗੱਲ ਕਹੀ ਕਿ ਸਾਡੀਆਂ ਮੰਗਾਂ ਬਿਲਕੁਲ ਪਹਿਲਾਂ ਵਾਂਗ ਹੀ ਨੇ, ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਲਿਖਤੀ ਤੌਰ ਦੇ ਉੱਤੇ MSP ਦੀ ਗਰੰਟੀ ਦਿੱਤੀ ਜਾਵੇ ਤੇ ਬਾਕੀ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਪ੍ਰਵਾਨ ਕੀਤੀਆਂ ਜਾਣ। ਇਸ ਮੌਕੇ 'ਤੇ ਬਾਕੀ ਕਿਸਾਨ ਆਗੂਆਂ ਨੇ ਵੀ ਗੱਲ ਕਹੀ ਕਿ ਅਸੀਂ ਪਿੱਛੇ ਮੁੜਨ ਵਾਲਿਆਂ ਦੇ ਵਿੱਚੋਂ ਨਹੀਂ। ਜੋ ਸਾਡੇ ਭਰਾਵਾਂ ਦਾ ਕਤਲ ਕੀਤਾ ਗਿਆ, ਅਸੀਂ ਇਹਨਾਂ ਭਰਾਵਾਂ ਦੀ ਆਤਮਾ ਨੂੰ ਸ਼ਾਂਤੀ ਉਸ ਵਕਤ ਹੀ ਮੰਨਾਂਗੇ ਜਿਸ ਵਕਤ ਇਹ ਤਿੰਨੇ ਖੇਤੀ ਕਾਨੂੰਨ ਰੱਦ ਹੁੰਦੇ ਨੇ ਤੇ ਜੇਕਰ ਨਹੀਂ ਹੁੰਦੇ ਤਾਂ BJP ਦੀਆਂ ਜੜ੍ਹਾਂ ਅਸੀਂ ਪੂਰੇ ਭਾਰਤ ਦੇ ਵਿੱਚੋਂ ਪੱਟ ਕੇ ਰੱਖ ਦੇਵਾਂਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਸ ਵਕਤ ਜੋ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਕਿਤੇ ਵੀ ਫੁੱਲ ਸਟਾਪ, ਉਹਦੇ ਵਿੱਚ ਕਿਤੇ ਵੀ ਕੋਈ ਰੁਕਾਵਟ ਨਹੀਂ ਆ। ਬੇਸ਼ੱਕ ਕਈ ਲੋਕ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ, ਉਹਨਾਂ ਲੋਕਾਂ ਦਾ ਕੋਈ ਵਜੂਦ ਨਹੀਂ। ਉਹ ਕਈ ਜਾਣ ਕੇ ਕਿਸਾਨ ਅੰਦੋਲਨ ਦੇ ਵਿੱਚ ਹੈ ਕੁਝ ਨਹੀਂ, ਇਹ ਤਾਂ ਜੀ ਖਿੰਡ ਗਏ, ਇਹ ਤਾਂ ਜੀ ਵਿਕ ਗਏ। ਇਹ ਘਰ ਬੈਠੇ ਬਹੁਤ ਵੱਡੇ ਵਿਦਵਾਨੀ ਵਾਲੀਆਂ ਗੱਲਾਂ, ਇਹਨਾਂ ਦਾ ਕੋਈ ਜ਼ਮੀਨੀ ਪੱਧਰ ਦੇ ਉੱਤੇ ਤਾਲੁਕ ਨਹੀਂ ਹੈ। ਹਕੀਕਤ ਇਹ ਹੈ ਕਿ ਕਿਸਾਨ ਸੰਘਰਸ਼ ਸਿਖਰ ਦੇ ਉੱਤੇ ਹੈ। ਹਾਂ, ਇਹ ਗੱਲ ਸੱਚੀ ਹੈ ਕਿ 10.5 ਮਹੀਨੇ ਹੋਣ ਕਰਕੇ ਬਾਰਡਰਾਂ ਦੇ ਉੱਤੇ ਇਕੱਠ ਘਟਿਆ, ਪਰ ਮੈਂ ਉਹਨਾਂ ਲੋਕਾਂ ਨੂੰ ਵੀ ਸਵਾਲ ਕਰਦਾ ਜਿਹੜੇ ਕਹਿੰਦੇ ਵੀ ਇਕੱਠ ਘਟ ਗਿਆ। ਮੈਂ ਕਹਿੰਦਾ ਜੀ ਕਿ ਤੁਸੀਂ ਆਪ ਕਿੰਨੀ ਵਾਰ ਬਾਰਡਰ ਦੇ ਉੱਤੇ ਗਏ ਆ, ਤੁਸੀਂ ਆਪ ਕਿੰਨਾ ਕੁ ਯੋਗਦਾਨ ਪਾਇਆ ਕਿਸਾਨੀ ਸੰਘਰਸ਼ ਦੇ ਵਿੱਚ। ਤੁਸੀਂ ਇਹ ਦੱਸੋ ਵੀ ਜੇਕਰ ਤੁਹਾਨੂੰ 10.5 ਮਹੀਨੇ 5 ਸਟਾਰ ਹੋਟਲ ਦੇ ਵਿੱਚ ਵੀ ਰੱਖਿਆ ਜਾਵੇ, ਤੁਹਾਨੂੰ ਕਿਹਾ ਜਾਵੇ ਜੀ ਕਿ ਮਨ ਚਾਹੀਆਂ ਚੀਜ਼ਾਂ ਖਾਓ, AC ਕਮਰਿਆਂ ਦੇ ਵਿੱਚ ਰਹੋ, ਤਾਂ ਕਿ ਤੁਸੀਂ 10.5 ਮਹੀਨੇ ਆਪਦੇ ਟੱਬਰ ਤੋਂ ਦੂਰ ਰਹਿ ਸਕਦੇ ਆ। ਇਸ ਕਰਕੇ ਧੰਨ ਆ ਉਹ ਲੋਕ, ਧੰਨ ਆ ਉਹਨਾਂ ਦੀਆਂ ਮਾਵਾਂ, ਧੰਨ ਆ ਉਹਨਾਂ ਦੇ ਟੱਬਰ, ਧੰਨ ਆ ਉਹਨਾਂ ਦੇ ਸਿਦਕ ਜਿਹੜੇ ਕਿ 10.5 ਮਹੀਨਿਆਂ ਤੋਂ ਸੜਕਾਂ ਦੇ ਉੱਤੇ ਪੱਲੀਆਂ ਵਿਛਾ ਕੇ ਸੌਂਦੇ ਆ, ਜਿਹੜੇ ਕਿ 10.5 ਮਹੀਨਿਆਂ ਦੇ ਵਿੱਚ ਕਿੰਨੀ ਵਾਰ ਆਪਦੇ ਖਿਲਾਫ ਅਪਸ਼ਬਦਾਂ ਦੀ ਵਰਤੋਂ ਵੀ ਸੁਣ ਚੁੱਕੇ ਆ, ਕਿੰਨੀ ਵਾਰ ਇਹਨਾਂ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ, ਕਿੰਨੀ ਵਾਰ ਇਹਨਾਂ ਦੇ ਉੱਤੇ ਹਮਲੇ ਹੋਏ, ਸ਼ਬਦਕ ਵੀ ਤੇ ਸਰੀਰਕ ਤੌਰ ਦੇ ਉੱਤੇ ਵੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਸੋ ਇਸ ਦੇ ਬਾਵਜੂਦ ਉਹ ਡਟੇ ਹੋਏ ਤੇ ਡਟੇ ਹੋਏ ਲੋਕਾਂ ਨੂੰ ਸਲਾਮ ਕਰਨੀ ਬਣਦੀ ਹੈ। ਇਹ ਵੀ ਗੱਲ ਸੱਚੀ ਹੈ ਕਿ UP ਦੀ ਸਰਕਾਰ ਇਸ ਵਕਤ ਹਿੱਲੀ ਪਈ ਹੈ। ਭਾਵੇਂ ਉਹ ਤੋਂ ਇਹ ਗੱਲ ਕਹਿਣ ਕਿ ਹमें कोई फ़र्क नहीं पड़ता, लोग हमारे साथ हैं, हम राम मंदिर का निर्माण कर रहे हैं। ਉਹਨਾਂ ਦੇ ਵੱਲੋਂ ਉਹ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਹੁਣ ਤੱਕ ਖੇਡਿਆ ਗਿਆ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੀ ਜਿਹੜੇ ਇਹ ਮੋਦੀ ਦੇ ਪੁਤਲੇ ਫੂਕਣ ਦੀ ਗੱਲ ਕੀਤੀ ਗਈ ਦੁਸਹਿਰੇ ਦੇ ਮੌਕੇ, ਇਹ ਤਾਂ ਜੀ ਅਸਲ ਦੇ ਵਿੱਚ ਹਿੰਦੂ ਭਾਈਚਾਰੇ ਦੀ ਭਾਵਨਾ ਤੇ ਸੱਟ ਮਾਰਨ ਵਾਲੀ ਗੱਲ ਹੈ, ਪਰ ਇਹਦੇ ਵਿੱਚ ਕੋਈ ਸੱਟ ਵਾਲੀ ਗੱਲ ਨਹੀਂ। ਹਿੰਦੂ ਭਾਈਚਾਰਾ ਤਾਂ ਆਪ ਕਿਸਾਨਾਂ ਦਾ ਸਾਥ ਦੇ ਰਿਹਾ। ਇਹ ਅੰਦੋਲਨ ਆ ਜਿਹੜਾ ਇਕੱਲੇ ਸਿੱਖਾਂ ਦਾ ਨਹੀਂ, ਇਹ ਅੰਦੋਲਨ ਮੁਸਲਮਾਨ ਭਾਈਚਾਰੇ ਦਾ ਵੀ ਹੈ, ਜੈਨੀਆਂ ਦਾ ਵੀ, ਬੋਧੀਆਂ ਦਾ ਵੀ, ਹਿੰਦੂਆਂ ਦਾ ਵੀ ਹੈ, ਸਭ ਦਾ ਹੀ ਹੈ। ਕਿਉਂਕਿ ਅਸੀਂ ਮਨੁੱਖ ਹਾਂ, ਅਸੀਂ ਮਨੁੱਖ ਹੋਣ ਦੇ ਨਾਤੇ, ਇਨਸਾਨ ਹੋਣ ਦੇ ਨਾਤੇ ਸੰਘਰਸ਼ ਕਰ ਰਹੇ ਹਾਂ। ਪਰ ਜਿਹੜੇ ਲੋਕਾਂ ਨੂੰ ਵੰਡੀਆਂ ਪਾਉਣ ਦੀ ਆਦਤ ਹੋਵੇ, ਧਰਮ ਦੇ ਨਾਂ 'ਤੇ ਫਲਾਣੀ ਥਾਂ 'ਤੇ ਦੰਗੇ ਕਰਵਾ ਦਿਓ, ਧਰਮ ਦੇ ਨਾਂ 'ਤੇ ਫਲਾਣੀ ਥਾਂ 'ਤੇ ਪੁਆੜਾ ਪਾ ਦਿਓ, ਉਹ ਅੱਜ ਵੀ ਉਹੀ ਕੋਸ਼ਿਸ਼ਾਂ ਕਰ ਰਹੇ ਆ। ਪਰ ਕਿਸਾਨਾਂ ਦੀ ਸਿਆਣਪ ਦੇ ਕਰਕੇ, ਉਹਨਾਂ ਦੀ ਦੂਰਦ੍ਰਿਸ਼ਟੀ ਦੇ ਕਰਕੇ, ਉਹਨਾਂ ਦੇ ਇਹ ਮਨਸੂਬੇ ਜਿਹੜੇ ਕਿ ਮਾੜੇ ਅਨਸਰ ਆ, ਉਹਨਾਂ ਦੇ ਮਨਸੂਬੇ ਹੁਣ ਤੱਕ ਅਸਫਲ ਸਾਬਤ ਹੋਏ ਆ। ਸੋ ਯੋਗੀ ਆਦਿੱਤਿਆਨਾਥ ਦੀ ਸਰਕਾਰ ਇਸ ਵਕਤ ਜੋੜ ਤੋੜ ਦੀ ਗਿਣਤੀ ਦੇ ਵਿੱਚ ਲੱਗੀ ਹੋਈ ਹੈ। ਉਹਨਾਂ ਦੀ ਇੱਛਾ ਇਹ ਹੈ ਕਿ ਕਿਸਾਨ ਕਿਵੇਂ ਨਾ ਕਿਵੇਂ ਠੰਡੇ ਪੈ ਜਾਣ। ਉਹਨਾਂ ਦੀ ਇੱਛਾ ਇਹ ਆ ਵੀ ਜਿਵੇਂ ਕਿਵੇਂ ਵਿੱਚ ਵਿਚਾਲੇ ਕੋਈ ਨਾ ਕੋਈ ਪਾ ਕੇ ਧਿਰਾਂ ਇਸ ਕਿਸਾਨ ਅੰਦੋਲਨ ਨੂੰ ਚੋਣਾਂ ਤੋਂ ਪਹਿਲਾਂ ਸਮਾਪਤ ਕਰਾ ਲਿਆ ਜਾਵੇ। ਤੇ ਉਹਨਾਂ ਨੂੰ ਇਸ ਗੱਲ ਦੀ ਆਸ ਹੈ ਵੀ ਜੇਕਰ ਇਹ ਅੰਦੋਲਨ ਮਹੀਨੇ ਬਾਅਦ ਵੀ ਸਮਾਪਤ ਹੋ ਜਾਂਦਾ ਤਾਂ ਵੀ ਸਾਡੀ ਜਿੱਤ ਆ ਜਿਹੜੀ UP ਦੇ ਵਿੱਚ ਯਕੀਨੀ ਆ। ਪਰ ਨਿੱਜੀ ਤੌਰ ਦੇ ਉੱਤੇ ਮੈਨੂੰ ਇਹ ਜਾਪਦਾ ਕਿ ਕਿਸਾਨਾਂ ਨੇ ਜੋ ਕੁਝ ਸੰਤਾਪ ਹੰਢਾਇਆ, ਆਪਦੇ ਭੈਣਾਂ ਵੀਰ 700 ਦੇ ਕਰੀਬ ਗਵਾਲੇ ਆ, ਉਹ ਇੱਕਦਮ ਕੋਈ ਇਹੋ ਜਿਹੀ ਚਿੱਪ ਤਾਂ ਹੈ ਨਹੀਂ ਵੀ ਆਹ ਚਿੱਪ ਕੱਢ ਕੇ ਤੇ ਆਹ ਚਿੱਪ ਪਾਤੀ ਫਿਰ ਉਹਦੇ ਮੁਤਾਬਕ ਕੰਮ ਕਰਨ ਲੱਗ ਜਾਣਗੇ। ਮਨੁੱਖ ਦੇ ਚੇਤੇ ਦੇ ਉੱਤੇ ਹੋਏ ਵਾਪਰੇ ਦਾ ਅਸਰ ਬਹੁਤ ਲੰਮੇ ਸਮੇਂ ਤੱਕ ਰਹਿੰਦਾ। ਇਸ ਕਰਕੇ ਜਾਪਦਾ ਨਹੀਂ ਕਿ ਕਿਸਾਨ ਆ ਜਿਹੜੇ ਉਹ ਇਸ ਵਕਤ ਠੰਡੇ ਪੈਣਗੇ। ਜੇ ਮੰਨ ਲਓ ਕੱਲ੍ਹ ਨੂੰ ਕਿਸੇ ਮੋੜ ਦੇ ਉੱਤੇ ਕਿਸਾਨ ਅੰਦੋਲਨ ਸਮਾਪਤ ਵੀ ਹੋ ਜਾਂਦਾ ਹੈ, ਮੰਗਾਂ ਮੰਨ ਵੀ ਲਈਆਂ ਜਾਂਦੀਆਂ, ਇਸ ਅੰਦੋਲਨ ਤੋਂ ਬਾਅਦ ਕਿਸਾਨ ਘਰਾਂ ਨੂੰ ਵੀ ਆ ਜਾਂਦੇ ਆ, ਤਾਂ ਵੀ ਮੈਨੂੰ ਲੱਗਦਾ ਵੀ ਛੇਤੀ ਕਿਤੇ ਜੋ ਕੁਝ ਅਤੀਤ ਦੇ ਵਿੱਚ ਕੀਤਾ ਗਿਆ ਹੋਊਗਾ ਉਹ ਉਹਨਾਂ ਦੇ ਚੇਤੇ ਦੇ ਵਿੱਚੋਂ ਕਦੇ ਵਿਸਰੂਗਾ ਨਹੀਂ। ਸੋ ਜੇਕਰ UP ਦੇ ਵਿੱਚ ਤਖਤਾ ਪਲਟ ਹੁੰਦਾ ਤਾਂ ਸਮਝ ਲਓ ਕੇਂਦਰ ਦੀ ਸਰਕਾਰ ਗਈ। ਤੇ BJP ਨੂੰ ਇਸੇ ਗੱਲ ਦਾ ਫਿਕਰ ਪਿਆ ਵੀ ਕਿਉਂਕਿ ਰਾਹ ਜਿਹੜਾ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ UP ਦੇ ਵਿੱਚ ਦੀ ਹੋ ਕੇ ਨਿਕਲਦਾ, 80 ਸੀਟਾਂ ਲੋਕ ਸਭਾ ਦੀਆਂ ਉਹਦੇ ਵਿੱਚ ਦੀ ਹੋ ਕੇ ਨਿਕਲਦਾ ਹੈ। ਇਸ ਕਰਕੇ UP ਨੂੰ ਬਚਾਉਣ ਦੇ ਲਈ ਉਹ ਹਰ ਹੀਲੇ ਹਰ ਤਾਣ ਲਾ ਰਹੇ ਆ। ਉਹਨਾਂ ਦੇ ਵੱਲੋਂ ਪੂਰੀ ਤਾਕਤ ਉਧਰ ਝੋਕ ਦਿੱਤੀ ਗਈ ਆ ਤੇ ਹਾਲੇ ਹੋਰ ਦਿੱਤੀ ਜਾਣੀ ਆ। ਉਹਨਾਂ ਦੇ ਵੱਲੋਂ ਹਰ ਹਰਬਾ ਉੱਥੇ ਵਰਤਿਆ ਜਾਣਾ। ਪਰ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਲਖਨਊ ਦੇ ਵਿੱਚ ਵੀ ਮਹਾਂ ਪੰਚਾਇਤ ਕਰ ਰਹੇ ਹਾਂ। ਯੋਗੀ ਆਦਿੱਤਿਆਨਾਥ ਨੂੰ ਇਸ ਗੱਲ ਦਾ ਅਹਿਸਾਸ ਕਰਾਵਾਂਗੇ ਕਿ ਭਾਈ ਕਿਸਾਨ ਦੀ ਤਾਕਤ ਕੀ ਹੈ, ਕੀ ਇਹ ਮੁੱਠੀ ਭਾਰੀ ਹੈ ਜਾਂ ਫਿਰ ਇਹਨਾਂ ਦੀ ਵੱਡੀ ਗਿਣਤੀ ਹੈ। ਇੱਕ ਹੋਰ ਗੱਲ ਦੱਸਣੀ ਬਣਦੀ ਹੈ ਵੀ ਜਿਹੜੇ ਬੰਦੇ ਨੇ ਜਿਹੜੀ ਕਰਤੂਤ ਕਰਨੀ ਹੋਵੇ ਉਹ ਉਹਦੇ ਤੋਂ ਬਾਜ਼ ਨਹੀਂ ਆਉਂਦਾ। ਇੱਥੇ ਮਨੋਹਰ ਲਾਲ ਖੱਟੜ ਹੋਰੀ ਡਾਂਗਾ ਦੀ ਗੱਲ ਕਹਿ ਕੇ, ਜੈਸੇ ਕੋ ਤੈਸਾ ਦੀ ਗੱਲ ਕਹਿ ਕੇ ਕਹਿ ਦਿੰਦੇ ਜੀ ਮੈਂ ਆਪਣਾ ਬਿਆਨ ਵਾਪਸ ਲੈਣਾ,
ਮੈਂ ਤਾਂ ਇਹ ਗੱਲ ਕਹੀ ਸੀ ਜੀ ਕਿ ਸੈਲਫ ਡਿਫੈਂਸ ਦੀ ਗੱਲ ਕੀਤੀ ਸੀ, ਆਪਦੀ ਸਵੈ ਰੱਖਿਆ ਕਰੋ। ਅਜੇ ਮਿਸ਼ਰਾ ਨੇ ਹੁਣ ਇਹ ਗੱਲ ਕਹੀ ਹੈ ਕਿ ਲਖੀਮਪੁਰ ਦੇ ਵਿੱਚੋਂ 2 ਦਿਨਾਂ ਦੇ ਵਿੱਚ ਕਿਸਾਨ ਅਸੀਂ ਦੌੜਾ ਦਿਆਂਗੇ। ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ 2 ਛੱਡੋ, 10 ਛੱਡੋ, 20 ਛੱਡੋ, ਤੁਸੀਂ 2 ਮਹੀਨੇ 4 ਮਹੀਨੇ ਦੀ ਗੱਲ ਕਰ ਲਓ, ਤੁਸੀਂ ਹੁਣ ਸਾਡਾ ਵਾਲ ਵਿੰਗਾ ਕਰਕੇ ਦਿਖਾਓ, ਤੁਹਾਨੂੰ ਅਸੀਂ ਤਾਂ ਮੰਨੀਏ। ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਹਿੰਦੂ ਸਿੱਖ ਮੁੱਦਾ ਬਣਾਉਣਾ ਚਾਹੁੰਦੇ ਆ, ਪਰ ਅਸੀਂ ਇਸ ਨੂੰ ਬਣ ਨਹੀਂ ਦੇਵਾਂਗੇ ਕਿਉਂਕਿ ਸਾਰੇ ਭਾਈਚਾਰਿਆਂ ਦਾ ਅਸੀਂ ਬਰਾਬਰ ਸਤਿਕਾਰ ਕਰਦੇ ਆ। ਜਿਸ ਤਰੀਕੇ ਦੇ ਨਾਲ ਪਰਸੋਂ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਵਿੱਚ ਸਾਡੇ 5 ਜਾਂਬਾਜ਼ ਫੌਜੀ ਜਵਾਨ ਸ਼ਹਾਦਤ ਦਾ ਜਾਮ ਪੀ ਗਏ, ਉਸ ਤੋਂ ਬਾਅਦ ਬਹੁਤ ਸਾਰੇ ਖਿਆਲ ਮਨ ਦੇ ਵਿੱਚ ਸਭ ਕਿਸੇ ਦੇ ਆ ਰਹੇ ਆ। ਹਰ ਕਿਸੇ ਦੀ ਅੱਖ ਨਮ, ਹਰ ਕੋਈ ਇਸ ਸ਼ਹਾਦਤ ਦੀ ਗੱਲ ਕਰ ਰਿਹਾ, ਹਰ ਕੋਈ ਆਪਣੇ ਫੌਜੀ ਵੀਰਾਂ ਦੇ ਉੱਤੇ, ਫੌਜੀ ਜਵਾਨਾਂ ਦੇ ਉੱਤੇ ਮਾਣ ਵੀ ਕਰ ਰਿਹਾ ਕਿ ਉਹਨਾਂ ਨੇ ਆਪਣੇ ਦੇਸ਼ ਦੀ ਇੱਜ਼ਤ, ਆਬਰੂ, ਸਨਮਾਨ, ਮਾਣ, ਸ਼ਾਨ ਦੇ ਲਈ ਹਿੱਕ ਡਾਹ ਕੇ ਲੜਾਈ ਲੜੀ ਹੈ ਤੇ ਉਹਨਾਂ ਦੇ ਵੱਲੋਂ ਸ਼ਹਾਦਤ ਦਾ ਜਾਮ ਪੀਤਾ ਗਿਆ। ਪਰ ਜਿਹੜੇ ਝੋਲੀ ਚੁੱਕ ਕੇ ਇਹ ਗੱਲ ਕਹਿੰਦੇ ਸੀ ਕਿ ਇਹ ਤਾਂ ਕਿਸਾਨ ਅੱਤਵਾਦੀ ਹੈ, ਉਹਨਾਂ ਝੋਲੀ ਚੁੱਕਾਂ ਨੂੰ ਇਹ ਗੱਲ ਕਹਿਣੀ ਬਣਦੀ ਹੈ ਕਿ ਇਹ ਉਹਨਾਂ ਅੱਤਵਾਦੀਆਂ ਦੇ ਪੁੱਤੀ ਆ ਜਿਹੜੇ ਕਿ ਇਸ ਵਕਤ ਪੁੰਛ ਸੈਕਟਰ ਦੇ ਵਿੱਚ ਸ਼ਹੀਦ ਹੋਏ ਆ। ਇਸ ਤੋਂ ਪਹਿਲਾਂ ਵੀ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ ਉਹਦੇ ਵਿੱਚ ਕਿੰਨੇ ਕੁ ਬੀਜੇਪੀ ਦੇ ਜਾਂ ਵੱਖ-ਵੱਖ ਹੋਰ ਪਾਰਟੀਆਂ ਦੇ ਨੇਤਾਵਾਂ ਦੇ ਧੀਆਂ ਪੁੱਤ ਆ। ਇਹ ਕਿਰਤੀ ਲੋਕਾਂ ਦੇ ਧੀਆਂ ਪੁੱਤੀ ਆ ਜਿਹੜੇ ਕਿ ਹਿੱਕ ਦੇ ਵਿੱਚ ਗੋਲੀਆਂ ਖਾਂਦੇ ਆ। ਕਿਰਤੀ ਲੋਕਾਂ ਦੇ ਪੁੱਤੀ ਆ ਜਿਹੜੇ ਸੰਘਰਸ਼ ਕਰਦੇ ਹਰ ਥਾਂ ਦੇ ਉੱਤੇ, ਸਰਕਾਰੀ ਡਾਂਗਾ ਵੀ ਖਾਂਦੇ ਆ, ਭਰਤੀ ਹੋ ਕੇ ਬਾਅਦ ਦੇ ਵਿੱਚ ਗੋਲੀ ਵੀ ਹਿੱਕ ਦੇ ਵਿੱਚ ਖਾਂਦੇ ਕਿਉਂਕਿ ਉਹ ਆਪਦੀ ਧਰਤੀ ਨੂੰ, ਆਪਣੇ ਦੇਸ਼ ਨੂੰ, ਆਪਣੇ ਤਿਰੰਗੇ ਨੂੰ ਪਿਆਰ ਕਰਦੇ ਆ। ਸਾਰੇ ਕਰਦੇ, ਸਾਰਿਆਂ ਨੂੰ ਕਰਨਾ ਚਾਹੀਦਾ। ਪਰ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਧਰਤੀ ਦੇ ਉੱਤੇ ਤਾਂ ਅਸੀਂ ਹੈਗੇ ਆ ਤਾਂ ਹੀ ਇਹ ਬਚੀ ਹੋਈ ਹੈ, ਉਹ ਬਿਲਕੁਲ ਟਟੀਰੀ ਵਰਗੇ ਆ ਕਿ ਜੇਕਰ ਮੇਰੀਆਂ ਲੱਤਾਂ ਤਾਂ ਇਸ ਕਰਕੇ ਅਸਮਾਨ ਖੜਾ। ਉਹਨਾਂ ਦੇ ਵੱਲੋਂ ਹਰ ਰੋਜ਼ ਕੁਝ ਨਾ ਕੁਝ ਇਹੋ ਜਿਹਾ ਊਲ ਜਲੂਲ ਬੋਲਿਆ ਜਾਂਦਾ ਜਿਹਦੇ ਕਰਕੇ ਮਨ ਦੇ ਉੱਤੇ ਸੱਟ ਵੱਜਦੀ ਆ, ਅੰਦਰਾਂ ਚੀਰਿਆ ਜਾਂਦਾ ਕਿ ਇਹ ਕਿਸਾਨਾਂ ਦੀ, ਜਵਾਨਾਂ ਦੀ ਕਦਰ ਕਿਹੜੀ ਗੱਲੋਂ ਨਹੀਂ ਕਰਦੇ। ਅਸੀਂ ਹੁਣ ਤੱਕ ਟਰਾਲੀਆਂ ਦੇ ਉੱਤੇ ਜਾਂ ਵੱਖ-ਵੱਖ ਹੋਰ ਥਾਵਾਂ ਦੇ ਉੱਤੇ ਜੈ ਜਵਾਨ ਤੇ ਜੈ ਕਿਸਾਨ ਦਾ ਨਾਅਰਾ ਲਿਖਿਆ ਪੜ੍ਹਿਆ ਕਿਉਂਕਿ ਉਹ ਜੈ ਜਵਾਨ ਮਤਲਬ ਸਾਨੂੰ ਫੌਜੀਆਂ ਦੇ ਉੱਤੇ ਵੀ ਮਾਣ ਆ, ਸਾਨੂੰ ਜੈ ਕਿਸਾਨ ਮਤਲਬ ਸਾਨੂੰ ਆਪਣੇ ਦੇਸ਼ ਦੇ ਕਿਸਾਨ ਦੇ ਉੱਤੇ ਵੀ ਮਾਣ ਆ। ਪਰ ਅੱਜ ਜਦੋਂ ਕਿਸਾਨ ਦਾ ਪੁੱਤ ਜਵਾਨ ਬਾਰਡਰ ਦੇ ਉੱਤੇ ਹਿੱਕ ਡਾਹ ਕੇ ਲੜਦਾ, ਇੱਧਰ ਪੁੱਤ ਲੜ ਰਿਹਾ ਹੁੰਦਾ ਵੀ ਕੋਈ ਦੁਸ਼ਮਣ ਦੇਸ਼ ਦਾ ਜਿਹੜਾ ਵਿਅਕਤੀ ਹੈ, ਕੋਈ ਫੌਜੀ ਹੈ, ਉਹ ਸਾਡੇ ਦੇਸ਼ ਦੇ ਵਿੱਚ ਪੈਰ ਨਾ ਧਰ ਲੇ, ਇੱਧਰ ਉਸ ਜਵਾਨ ਦਾ ਬਾਪ ਆ ਜਿਹੜਾ, ਉਹਦਾ ਦਾਦਾ ਜਿਹੜਾ, ਉਹਦਾ ਭਰਾ ਜਿਹੜਾ, ਚਾਚਾ, ਤਾਇਆ, ਕੋਈ ਵੀ ਪਰਿਵਾਰ ਦਾ ਜੀਅ ਹੈ, ਉਹ ਵੱਖ-ਵੱਖ ਬਾਰਡਰਾਂ ਦੇ ਉੱਤੇ ਆਪਣੇ ਖੇਤ ਬਚਾਉਣ ਦੇ ਲਈ ਲੜਾਈ ਲੜ ਰਿਹਾ। ਤੇ ਫਿਰ ਇਹ ਦੱਸੋ ਵੀ ਜਵਾਨ ਵੀ ਸੰਘਰਸ਼ ਦੇ ਰਾਹ ਦੇ ਉੱਤੇ ਆ ਤੇ ਲੜਾਈ ਕਿਸਾਨ ਵੀ ਲੜ ਰਿਹਾ, ਤੇ ਫਿਰ ਆਪਾਂ ਗਲਤ ਕਿਹਨੂੰ ਕਹੀਏ? ਗਲਤ ਕੋਈ ਵੀ ਨਹੀਂ, ਗਲਤ ਉਹ ਲੋਕ ਅਸਲ ਦੇ ਵਿੱਚ ਜਿਹੜੇ ਕਿ ਇਸ ਵਕਤ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ। ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਉੱਤੇ ਜਿਸ ਤਰੀਕੇ ਦੇ ਨਾਲ ਗੋਲੀਬਾਰੀ ਦੇ ਵਿੱਚ 5 ਫੌਜੀ ਜਵਾਨ ਸ਼ਹੀਦ ਹੋਏ ਨੇ, ਉਹਦੇ ਵਿੱਚੋਂ 3 ਪੰਜਾਬ ਨਾਲ ਸੰਬੰਧਿਤ ਨੇ, 1 ਕੇਰਲ ਤੇ 1 ਯੂਪੀ ਨਾਲ ਸੰਬੰਧਿਤ। ਇਹ 5 ਜਵਾਨ ਕਿਸਾਨਾਂ ਦੇ ਨਾਲ ਸੰਬੰਧਿਤ ਨੇ, ਕਿਸਾਨੀ ਪਰਿਵਾਰਾਂ ਦੇ ਨਾਲ ਜੁੜੇ ਹੋਏ ਨੇ। ਇਹਨਾਂ 5 ਜਵਾਨਾਂ ਦੀ ਸ਼ਹਾਦਤ ਦੇ ਉੱਤੇ ਪੂਰੇ ਦੇਸ਼ ਨੂੰ ਇਸ ਵਕਤ ਮਾਣ ਵੀ ਹੈ ਤੇ ਹਰ ਕੋਈ ਇਹਨਾਂ ਦਾ ਸਨਮਾਨ ਵੀ ਕਰ ਰਿਹਾ ਕਿਉਂਕਿ ਹਰ ਕਿਸੇ ਦੇ ਮਨ ਦੇ ਵਿੱਚ ਇਹਨਾਂ ਜਵਾਨਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਹੈ। ਹਾਲਾਂਕਿ ਜੋ ਪਰਿਵਾਰਕ ਜੀ ਨੇ ਉਹਨਾਂ ਦਾ ਦਰਦ, ਉਹਨਾਂ ਦਾ ਦੁੱਖ ਝੱਲਿਆ ਨਹੀਂ ਜਾ ਰਿਹਾ। ਇੱਥੇ ਵੀ ਦੱਸਣਾ ਬਣਦਾ ਕਿ ਅੱਜ ਸ਼ਹੀਦ ਗੱਜਣ ਸਿੰਘ ਦਾ ਉਹਦੇ ਜੱਦੀ ਪਿੰਡ ਦੇ ਵਿੱਚ ਸੰਸਕਾਰ ਕੀਤਾ ਜਾਵੇਗਾ ਤੇ ਬਾਕੀ ਸ਼ਹੀਦ ਫੌਜੀ ਜਵਾਨਾਂ ਦਾ ਵੀ ਅੱਜ ਸੰਸਕਾਰ ਕੀਤਾ ਜਾਣਾ। ਗੱਜਣ ਸਿੰਘ ਉਹ ਫੌਜੀ ਜਵਾਨ ਸੀ ਜੋ ਕਿ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਵਿਆਹਿਆ ਗਿਆ ਤੇ ਉਸ ਵੱਲੋਂ ਆਪਣੇ ਟਰੈਕਟਰ ਦੇ ਮੂਹਰੇ ਕਿਸਾਨੀ ਝੰਡਾ ਲਾ ਕੇ ਤੇ ਆਪਣੀ ਵਿਆਹੰਦੜ ਦੇ ਘਰ ਵੱਲ ਗਿਆ ਸੀ ਤੇ ਉਸ ਦਿਨ ਵੀ ਉਸ ਨੇ ਜੈ ਜਵਾਨ ਤੇ ਜੈ ਕਿਸਾਨ ਦੇ ਨਾਅਰੇ ਲਾਏ ਸਨ। ਜਿਸ ਤਰੀਕੇ ਦੇ ਨਾਲ ਉਹਨੇ ਆਪਣਾ ਕਿਸਾਨੀ ਪ੍ਰਤੀ ਪ੍ਰੇਮ ਜ਼ਾਹਰ ਕੀਤਾ ਤੇ ਹੁਣ ਜਦੋਂ ਉਸ ਦੀ ਲਾਸ਼ ਤਿਰੰਗੇ ਦੇ ਵਿੱਚ ਲਿਪਟ ਕੇ ਆਈ ਹੈ ਤਾਂ ਪੂਰਾ ਪੰਜਾਬ ਹੀ ਪੁੱਬਾ ਮਾਰ ਕੇ ਰੋ ਰਿਹਾ ਕਿਉਂਕਿ ਇਸ ਵਕਤ ਜਵਾਨੀ ਤੇ ਕਿਸਾਨੀ ਦੋਵਾਂ ਨੂੰ ਬਚਾਉਣ ਦੀ ਵੀ ਲੋੜ ਹੈ। ਪਰ ਸਾਡੀਆਂ ਸਰਕਾਰਾਂ ਤੇ ਜੋ ਇਸ ਵਕਤ ਸਵਾਰਥੀ ਮੰਤਰੀ ਨੇ ਉਹ ਹਰ ਰੋਜ਼ ਵੱਖ-ਵੱਖ ਲੋਕਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਜੁਟੇ ਹੋਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਗੱਜਣ ਸਿੰਘ ਦੀ ਸ਼ਹਾਦਤ ਤੋਂ ਬਾਅਦ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਆਈਆਂ ਜਿਹੜੀਆਂ ਕਿ ਸਭ ਨੂੰ ਭਾਵੁਕ ਕਰ ਜਾਂਦੀਆਂ। ਅਸਲ ਦੇ ਵਿੱਚ ਜਿਹੜੇ ਲੋਕ ਕਿਸਾਨਾਂ ਨੂੰ ਅੱਤਵਾਦੀ ਦੱਸਦੇ ਆ, ਇਹ ਸ਼ਹਾਦਤਾਂ ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਵਾਲੀ ਗੱਲ ਹੈ। ਇਹਨਾਂ ਲੋਕਾਂ ਦੇ, ਇਹਨਾਂ ਕਿਸਾਨਾਂ ਦੇ, ਇਹਨਾਂ ਦੇ ਪਰਿਵਾਰਾਂ ਦੇ ਜੇਰੇ ਕਿੰਨੇ ਵੱਡੇ ਆ ਇਹ ਦੇਖੋ। ਕਦੇ ਅੱਜ ਤੱਕ ਕਿਸੇ ਨੇ ਵੀ ਬੀਜੇਪੀ ਦਾ ਕੋਈ ਨੇਤਾ, ਇਹਨਾਂ ਦੀ ਹਮਖਿਆਲ ਜਥੇਬੰਦੀ ਦਾ ਕੋਈ ਨੇਤਾ ਜਾਂ ਜਿਹਨੇ ਵੀ ਕਿਸਾਨਾਂ ਨੂੰ ਹੁਣ ਤੱਕ ਅੱਤਵਾਦੀ ਕਿਹਾ, ਉਹਨਾਂ ਦਾ ਕੋਈ ਇੱਕ ਟੱਬਰ ਦਾ ਜੀ ਫੌਜ ਦੇ ਵਿੱਚ ਭਰਤੀ ਹੈ ਤਾਂ ਉਹ ਦੱਸਣ, ਨਹੀਂ ਤਾਂ ਅਸਲ ਦੇ ਵਿੱਚ ਇਹਨਾਂ ਨੇ ਅੱਤਵਾਦ ਸ਼ਬਦ ਨੂੰ ਵੀ ਆਪਣੇ ਪ੍ਰਸੰਗ ਦੇ ਵਿੱਚ, ਆਪਣੇ ਸਵਾਰਥ ਦੇ ਰੂਪ ਦੇ ਵਿੱਚ ਵਰਤਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਹੈ ਵੀ ਜਿਹੜੇ ਇਹ ਫੌਜੀ ਜਵਾਨ ਆ ਪੰਜਾਬ ਦੇ, ਇਹਨਾਂ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦੇਣ ਦਾ ਸੂਬੇ ਦੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਤੇ ਟੱਬਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਵੀ ਕੀਤੀ ਗਈ ਹੈ। ਇਹ ਗੱਲ ਸੱਚੀ ਹੈ ਕਿ ਜੋ ਇਸ ਵਕਤ ਜਹਾਨੋਂ ਕੂਚ ਕਰ ਗਿਆ ਉਹਨੇ ਕਦੇ ਵਾਪਸ ਨਹੀਂ ਆਉਣਾ, ਭਾਵੇਂ ਜਿੰਨੇ ਮਰਜ਼ੀ ਪੈਸੇ ਦਿੱਤੇ ਜਾਣ। ਪਰ ਜਦੋਂ ਪਰਿਵਾਰ ਦਾ ਇਕਲੌਤਾ ਕੋਈ
ਕਮਾਉਣ ਵਾਲਾ ਤੁਰ ਜੇ ਜਾਂ ਜਵਾਨ ਪੁੱਤ ਤੁਰ ਜੇ ਤੇ ਮਾਪੇ ਉਹਦੀ ਲਾਸ਼ ਨੂੰ ਮੋਢਾ ਦੇਣ ਤਾਂ ਆਪਾਂ ਸਮਝ ਸਕਦੇ ਵੀ ਉਹਨਾਂ ਦਾ ਕਾਲਜਾ ਕਿਵੇਂ ਪਾਟਦਾ ਹੋਊਗਾ। ਸੋ ਪੈਸੇ ਨਾਲ ਕੁਝ ਕੁ ਲੋੜਾਂ ਜ਼ਰੂਰ ਪੂਰੀਆਂ ਹੋ ਸਕਦੀਆਂ, ਪਰ ਬੰਦੇ ਨੇ ਕਦੇ ਵਾਪਸ ਨਹੀਂ ਆਉਣਾ ਹੁੰਦਾ। ਪਰ ਸਾਨੂੰ ਆਪਣੇ ਇਹਨਾਂ ਫੌਜੀ ਜਵਾਨਾਂ ਦਾ ਸਤਿਕਾਰ ਕਰਨਾ ਚਾਹੀਦਾ, ਇਹਨਾਂ ਦੇ ਮਾਪਿਆਂ ਦਾ ਸਤਿਕਾਰ ਕਰਨਾ ਚਾਹੀਦਾ ਜਿਨ੍ਹਾਂ ਨੇ ਆਪ ਖੇਤ ਸੰਭਾਲੇ ਤੇ ਆਪਣੇ ਪੁੱਤਾਂ ਨੂੰ ਆਪਣੀਆਂ ਧੀਆਂ ਨੂੰ ਇਹ ਗੱਲ ਕਹੀ ਕਿ ਤੁਸੀਂ ਦੇਸ਼ ਦੀ ਰਾਖੀ ਕਰੋ। ਜਿਹੜੇ ਇਹ ਜਵਾਨ ਪੁੱਤ ਦੇਸ਼ ਦੀ ਰਾਖੀ ਕਰ ਰਹੇ ਆ, ਇਹ ਸਿਰਫ ਕੁਝ ਕੁ ਤਨਖਾਹ, ਕੁਝ ਕੁ ਟੁਕੜਿਆਂ ਦੀ ਖਾਤਰ ਨਹੀਂ ਕਰ ਰਹੇ। ਉਹਨਾਂ ਦੇ ਮਨ ਦੇ ਵਿੱਚ ਦੇਸ਼ ਦੇ ਪ੍ਰਤੀ ਜਜ਼ਬਾ, ਦੇਸ਼ ਦੇ ਪ੍ਰਤੀ ਸਤਿਕਾਰ ਦੀ ਭਾਵਨਾ, ਦੇਸ਼ ਦੇ ਪ੍ਰਤੀ ਮਰ ਮਿਟਣ ਦੀ ਭਾਵਨਾ, ਉਹ ਇਸ ਕਰਕੇ ਫੌਜੀ ਆ ਜਿਹੜੇ ਉਹ ਬਾਰਡਰਾਂ ਦੇ ਉੱਤੇ ਹਿੱਕਾਂ ਤਾਣ ਕੇ ਖੜ੍ਹਦੇ ਆ। ਤੇ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਨੁਕਸ ਕੱਢਣ ਵਾਲੇ, ਉਹ ਤਾਂ ਇਹ ਵੀ ਗੱਲ ਕਹਿੰਦੇ ਵੀ ਤਨਖਾਹਾਂ ਲੈਂਦੇ ਆ ਤੇ ਫਿਰ ਕੀ ਹੋ ਗਿਆ, ਪਰ ਉਹਨਾਂ ਨੇ ਆਪ ਕਦੇ ਵੀ ਦੇਸ਼ ਸਮਾਜ ਦੇ ਲਈ, ਆਂਢ ਗੁਆਂਢ ਦੇ ਲਈ ਵੀ ਕੱਖ ਨਹੀਂ ਕੀਤਾ ਹੁੰਦਾ। ਉਹ ਆਪ ਸਿਰਫ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਉਰਲੀਆਂ ਪਰਲੀਆਂ ਕਰਨ ਜੋਗੇ ਹੁੰਦੇ ਆ। ਸੋ ਸਾਨੂੰ ਇਹਨਾਂ ਸ਼ਹੀਦਾਂ ਦੀ ਸੋਚ ਦੇ ਉੱਤੇ ਪਹਿਰਾ ਦੇਣਾ ਚਾਹੀਦਾ, ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਤੇ ਉਹਨਾਂ ਲੋਕਾਂ ਨੂੰ ਖਾਸ ਕਰਕੇ ਗੋਦੀ ਮੀਡੀਆ ਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਜਿਹੜਾ ਕਿ ਚੌਥੇ ਦਿਨ ਇਹ ਗੱਲ ਕਹਿ ਦਿੰਦਾ ਕਿ ਕਿਸਾਨ ਤੋਂ ਆਤੰਕੀ ਹੈ, ਕਿਸਾਨ ਤੋਂ ਐਸੇ ਹੈ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਗੋਦੀ ਮੀਡੀਆ ਦੇ ਕਹਿੰਦੇ ਕਹਾਉਂਦੇ ਚੈਨਲਾਂ ਦੇ ਮੂੰਹ ਦੇ ਵਿੱਚ ਇਸ ਵਕਤ ਦਹੀਂ ਜੰਮ ਗਿਆ, ਦੰਦਲ ਪੈ ਗਈ ਉਹਨਾਂ ਨੂੰ। ਉਹ ਇਸ ਵਿਸ਼ੇ ਦੇ ਉੱਤੇ ਗੱਲ ਹੀ ਨਹੀਂ ਕਰਕੇ ਰਾਜ਼ੀ। ਹਰ ਰੋਜ਼ ਉਹ ਆਰੀਅਨ ਦੀ ਗੱਲ ਕਰਦੇ ਕਿ शाहरुख खान का बेटा ऐसे है, उसके बाल नहीं काटे गए, उसका पसीना टपक रहा था, उसने बिस्कुट खा के गुजारा किया, उसको चाय नहीं मिली। उन्होंने शाहरुख खान के पुੱਤ ਦਾ ਫਿਕਰ ਆ, उन्होंने इस गल का कोई फिक्र नहीं भी 5 ਘਰਾਂ ਦੇ ਵਿੱਚ ਜਿਹੜੇ 70 ਵਿਸ਼ੇ ਆ ਉਹ ਕਿਉਂ ਵਿਸ਼ੇ ਆ ਤੇ ਇਹਨਾਂ ਦੇ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਕਰਨਾ ਚਾਹੀਦਾ। ਗੁਰਮੀਤ ਰਾਮ ਰਹੀਮ ਯਾਨੀ ਕਿ ਡੇਰਾ ਸਿਰਸਾ ਦਾ ਮੁਖੀ ਇਸ ਵਕਤ ਹੋਰ ਕਸੂਤੀ ਸਥਿਤੀ ਦੇ ਵਿੱਚ ਹੈ। ਪਹਿਲਾਂ ਇਸ ਗੱਲ ਦੀ ਆਸ ਸੀ ਕਿ ਲੰਘੇ ਕੱਲ੍ਹ ਹੀ ਉਹਨੂੰ ਰਣਜੀਤ ਸਿੰਘ ਕਤਲकांड ਦੇ ਮਾਮਲੇ ਦੇ ਵਿੱਚ ਸਜ਼ਾ ਸੁਣਾ ਦਿੱਤੀ ਜਾਣੀ ਹੈ, ਪਰ ਐਨ ਮੌਕੇ ਦੇ ਉੱਤੇ ਮਾਣਯੋਗ ਜੱਜ ਸਾਹਿਬਾਨ ਦੇ ਵੱਲੋਂ ਇਹ ਗੱਲ ਕਹੀ ਗਈ ਕਿ 18 ਅਕਤੂਬਰ ਨੂੰ ਸਜ਼ਾ ਸੁਣਾਈ ਜਾਣੀ ਹੈ। ਇਹਦੇ ਨਾਲ ਜੋ ਗੁਰਮੀਤ ਰਾਮ ਰਹੀਮ ਦੇ ਫੋਲੋਵਰ ਆ, ਜਿਹੜੇ ਪ੍ਰਸ਼ੰਸਕ ਆ, ਪੈਰੋਕਾਰ ਆ, ਉਹਨਾਂ ਦੇ ਉੱਤੇ ਤਾਂ ਮਨ ਦੇ ਉੱਤੇ ਸੱਟ ਵੱਜਣੀ ਕੁਦਰਤੀ ਹੈ ਕਿਉਂਕਿ ਉਹ ਇਸ ਗੱਲ ਦੀ ਆਸ ਲਾਈ ਬੈਠੇ ਸੀ ਕਿ ਚੋਣਾਂ ਹੁਣ ਸਿਰ ਦੇ ਉੱਤੇ ਆ। ਇਹਨਾਂ ਚੋਣਾਂ ਦੇ ਮੱਦੇਨਜ਼ਰ ਜਿਵੇਂ ਸਿਆਣੇ ਕਹਿੰਦੇ ਹੁੰਦੇ ਜੌਂ ਭਨਾਵੇ ਗਾਉਂ, ਇਹਦੇ ਕਰਕੇ ਹੁਣ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲ ਜਾਣੀ ਹੈ ਕਿਉਂਕਿ ਵੱਖ-ਵੱਖ ਸੂਬਿਆਂ ਦੇ ਵਿੱਚ ਗੁਰਮੀਤ ਰਾਮ ਰਹੀਮ ਦੇ ਪੈਰੋਕਾਰਾਂ ਦੀ ਗਿਣਤੀ ਹਾਲੇ ਵੀ ਚੰਗੀ ਹੈ। ਪਰ ਹੁਣ ਇਸ ਗੱਲ ਦੇ ਉੱਤੇ ਕਾਂਟਾ ਫਿਰ ਗਿਆ। ਜਿਹੜੇ ਦਿਨਾਂ ਦੇ ਵਿੱਚ ਇਸ ਗੱਲ ਦੀ ਆਸ ਸੀ ਕਿ ਉਹਨੂੰ ਪੈਰੋਲ ਮਿਲ ਜਾਣੀ ਹੈ, ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਹੋਰ ਕੇਸ ਦੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਜਾ ਰਹੀ ਹੈ ਜਿਹੜੀ ਕਿ 18 ਤਰੀਕ ਨੂੰ ਸੁਣਾਈ ਜਾਣੀ ਹੈ। ਦੋਸ਼ੀ ਪਹਿਲਾਂ ਕਰਾਰ ਦੇ ਦਿੱਤਾ ਗਿਆ। ਇਸ ਕਰਕੇ ਇਸ ਗੱਲ ਦੀ ਆਸ ਨਹੀਂ ਕਰਨੀ ਬਣਦੀ ਵੀ ਛੇਤੀ ਕਿਤੇ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆਊਗਾ ਕਿਉਂਕਿ ਜੇਕਰ ਮੰਨ ਲਓ ਉਹਨੂੰ ਪੁਰਾਣੇ ਕੇਸਾਂ ਦੇ ਵਿੱਚੋਂ ਜ਼ਮਾਨਤ ਮਿਲ ਜਾਂਦੀ ਤਾਂ ਨਵੇਂ ਕੇਸ ਦੇ ਵਿੱਚ ਨਹੀਂ ਛੇਤੀ ਕਿਤੇ ਮਿਲਣੀ। ਇਸ ਕਰਕੇ ਮਾਮਲਾ ਉੱਥੇ ਦਾ ਉੱਥੇ ਰਹਿ ਜਾਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਫਿਰ ਕਰਾਂਗੇ ਟਿੱਪਣੀ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ 5 ਜਣਿਆਂ ਦੀ ਸਜ਼ਾ ਦਾ ਫੈਸਲਾ 18 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ। ਬਹੁਤ ਚਰਚਿਤ ਰਣਜੀਤ ਸਿੰਘ ਹੱਤਿਆਕਾਂਡ ਦੇ ਵਿੱਚ CBI ਦੀ ਵਿਸ਼ੇਸ਼ ਅਦਾਲਤ ਗੁਰਮੀਤ ਰਾਮ ਰਹੀਮ ਸਿੰਘ ਸਮੇਤ 5 ਮੁਲਜ਼ਮਾਂ ਨੂੰ ਸਜ਼ਾ ਸੁਣਾਵੇਗੀ। ਇਸ ਸੁਣਵਾਈ ਦੇ ਮੱਦੇਨਜ਼ਰ ਪੰਚਕੂਲਾ ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਸ਼ਹਿਰ ਦੇ ਵਿੱਚ ਹਰ ਥਾਂ ਤੇ ਪੁਲਿਸ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ। DCP ਮੋਹਿਤ ਹਾਂਡਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਰਾਮ ਰਹੀਮ ਸਮੇਤ 5 ਦੋਸ਼ੀਆਂ ਦੀ ਸਜ਼ਾ ਦੇ ਫੈਸਲੇ ਦੇ ਚੱਲਦੇ ਜ਼ਿਲ੍ਹੇ ਵਿੱਚ ਜਾਨ ਮਾਲ ਦੇ ਨੁਕਸਾਨ, ਕਿਸੇ ਵੀ ਤਰ੍ਹਾਂ ਦਾ ਤਣਾਅ ਪੈਦਾ ਕਰਨ, ਸ਼ਾਂਤੀ ਭੰਗ ਕਰਨ ਤੇ ਦੰਗੇ ਦੇ ਖਦਸ਼ੇ ਨੂੰ ਦੇਖਦੇ ਹੋਏ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਉਲੰਘਣਾ ਕਰਨ ਵਾਲੇ ਦੇ ਖਿਲਾਫ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਪੰਚਕੂਲਾ ਪੁਲਿਸ ਦੇ ਵੱਲੋਂ 17 ਨਾਕੇ ਲਾ ਕੇ ਸ਼ਹਿਰ ਦੀ ਸੁਰੱਖਿਆ ਲਈ 700 ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਜ਼ਿਲ੍ਹਾ ਅਦਾਲਤ ਦੇ ਬਾਹਰ ਵੀ ਪੁਲਿਸ ਦੇ ਜਵਾਨ ਤਾਇਨਾਤ ਰਹਿਣਗੇ। ਹੱਤਿਆ ਦੇ ਮਾਮਲੇ ਦੇ ਵਿੱਚ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਤੀਜੀ ਵਾਰ ਪੰਚਕੂਲਾ ਦੀ CBI ਦੀ ਵਿਸ਼ੇਸ਼ ਅਦਾਲਤ ਸਜ਼ਾ ਸੁਣਾਵੇਗੀ। ਗੁਰਮੀਤ ਰਾਮ ਰਹੀਮ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਕੈਦ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲੰਘੇ ਕੱਲ੍ਹ ਗੁਰਮੀਤ ਰਾਮ ਰਹੀਮ ਦੇ ਪੱਖ ਨੂੰ ਪੇਸ਼ ਕਰਨ ਵਾਲੇ ਵਕੀਲਾਂ ਨੇ ਕਿਹਾ ਕਿ ਗੁਰਮੀਤ ਰਾਮ ਰਹੀਮ ਨੇ ਮਾਨਵਤਾ ਦੇ ਲਈ ਵੀ ਬਹੁਤ ਸਾਰੇ ਕੰਮ ਕੀਤੇ ਆ। ਉਹਨੇ ਬੂਟੇ ਲਾਏ ਆ, ਉਹਦੇ ਵੱਲੋਂ ਖੂਨਦਾਨ ਕੈਂਪ ਲਾਏ ਗਏ ਆ, ਮਨੁੱਖਤਾ ਦੀ ਸੇਵਾ ਦੇ ਲਈ ਹੋਰ ਬੜੇ ਕੰਮ ਕੀਤੇ ਗਏ ਆ। ਪਰ ਜਿਹੜਾ CBI ਦੇ ਵੱਲੋਂ ਇਹ ਗੱਲ ਕਹੀ ਗਈ ਹੈ, CBI ਦੇ ਵਕੀਲਾਂ ਦੇ ਵੱਲੋਂ, ਜੋ ਉਧਰਲੇ ਪੱਖ ਦੇ ਵੱਲੋਂ, ਕਿ ਗੁਰਮੀਤ ਰਾਮ ਰਹੀਮ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਯਾਨੀ ਕਿ ਕੱਲ੍ਹ ਇਸ ਮਾਮਲੇ ਦੇ ਉੱਤੇ ਕਾਫੀ ਲੰਮੀ ਚੌੜੀ ਚਰਚਾ ਦੀ ਖਬਰ ਪ੍ਰਾਪਤ ਹੋਈ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ 18 ਅਕਤੂਬਰ ਨੂੰ ਸਜ਼ਾ ਹੁਣ ਸੁਣਾਈ ਜਾਣੀ ਹੈ। ਸਜ਼ਾ ਕਾਫੀ ਸਖਤ ਤੇ ਕਾਫੀ ਤਿੱਖੀ ਸੁਣਾਈ ਜਾਣ ਦੀ ਆਸ ਹੈ ਕਿਉਂਕਿ ਇਹ ਕਤਲ ਦਾ ਮਾਮਲਾ ਹੈਗਾ। ਕਤਲ ਦੇ ਮਾਮਲੇ ਦੇ ਵਿੱਚ ਕੋਈ ਵੀ ਸਜ਼ਾ ਜਿਹੜੀ ਸਖਤ ਸੁਣਾਈ ਜਾ ਸਕਦੀ ਹੈ, ਪਰ ਇਸ ਤੋਂ ਪਹਿਲੇ ਕੇਸਾਂ ਦੇ ਮਾਮਲੇ ਦੇ ਵਿੱਚ ਹਾਲੇ ਤੱਕ ਗੁਰਮੀਤ ਰਾਮ ਰਹੀਮ ਨੂੰ ਕੋਈ ਰਾਹਤ ਮਿਲਣ ਦੀ ਖਬਰ ਕਦੇ ਨਹੀਂ ਮਿਲੀ। ਸੋ ਇਸ ਕਰਕੇ ਨਵੇਂ ਕੇਸ ਦੇ ਮਾਮਲੇ ਦੇ ਵਿੱਚ ਵੀ ਸ਼ਾਇਦ ਛੇਤੀ ਕਿਤੇ ਰਾਹਤ ਨਾ ਮਿਲੇ। ਜਿਹੜੇ ਇਸ ਵਕਤ ਡੇਰੇ ਦੇ ਪੈਰੋਕਾਰ ਆ ਉਹ ਕਾਫੀ ਨਿਰਾਸ਼ਾ ਦੇ ਵਿੱਚ ਹੈ। ਕਈ ਇਹ ਗੱਲ ਕਹਿੰਦੇ ਵੀ ਰਾਜਨੀਤੀ ਦੇ ਚੱਲਦਿਆਂ ਸਾਡੇ ਪਿਤਾ ਜੀ ਨੂੰ ਫਸਾਇਆ ਗਿਆ,
ਕਈ ਇਹ ਗੱਲ ਕਹਿੰਦੇ ਵੀ ਜੋ ਕੁਝ ਹੈ ਉਹ ਹਕੀਕਤ ਦੇ ਰੂਪ ਦੇ ਵਿੱਚ ਹੀ ਹੈ। ਸੋ ਆਉਂਦੇ ਸਮੇਂ ਦੇ ਵਿੱਚ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈਣਗੀਆਂ। ਮੈਂ ਤਾਂ ਕਦੇ ਕਦੇ ਵੀ ਸੋਚਦਾ ਕਿ ਆਸਾ ਰਾਮ ਤੇ ਗੁਰਮੀਤ ਰਾਮ ਰਹੀਮ ਦੋਨਾਂ ਦੀ ਸਥਿਤੀ ਵੀ ਇੱਕੋ ਜਿਹੀ ਹੈ, ਦੋਨਾਂ ਦਾ ਸਟੇਟਸ ਵੀ ਇਸ ਵਕਤ ਇੱਕੋ ਜਿਹਾ, ਦੋਵਾਂ ਦੇ ਪੈਰੋਕਾਰ ਵੀ ਕਿਸੇ ਵੇਲੇ ਇੱਕੋ ਜਿਹੇ ਸੀ ਤੇ ਦੋਵਾਂ ਦੇ ਪੈਰੋਕਾਰ ਇਸ ਵੇਲੇ ਨਿਰਾਸ਼ਾ ਦੇ ਆਲਮ ਦੇ ਵਿੱਚ ਵੀ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।